Today I am going to teach you writing task 1. In the previous videos I have defined all types of writing task 2 along with the thesis and 2 types along with the sample answers. Both views and give your opinion and calls and solutions. Hope so you must have watched. If you have not watched those videos yet, please visit to my channel English for Beginners and watch them. Otherwise I will give a link in the description box also. Now we look at the statement of task 1. Firstly, we should understand how many types can be seen in writing task 1. Bar graph, line graph, pie chart, table, flow chart, diagram, ਜਿੰਨੀਆਂ ਵੀ ਟਾਈਪਸ ਆ ਸਾਰਿਆਂ ਦਾ ਪੈਟਰਨ ਕੀ ਹੁੰਦਾ ਸਿਮਿਲਰ ਹੁੰਦਾ ਟਾਸਕ 1 ਦੇ ਵਿੱਚ। ਫਸਟਲੀ ਆਪਾਂ ਨੂੰ ਆਇਡੈਂਟੀਟੀ ਹੋਣੀ ਚਾਹੀਦੀ ਹੈ। ਆਇਡੈਂਟੀਟੀ ਇਜ਼ ਅ ਮਸਟ ਆਫ ਐਨੀ ਰਾਈਟਿੰਗ ਟਾਸਕ 1 ਮੀਨਸ ਜੇ ਆਪਾਂ ਨੂੰ ਸਟੇਟਮੈਂਟ ਦੇ ਵਿੱਚ ਨਹੀਂ ਗਿਵਨਗਾ ਵੀ ਕਿਹੜੀ ਟਾਈਪ ਜੇ ਆਪਾਂ ਨੂੰ ਆਇਡੈਂਟੀਟੀ ਹੋਗੀ ਮੀਨਸ ਪਛਾਣ ਹੋਗੀ ਵੀ ਕਿਹੜਾ ਵਾ ਆਪਾਂ ਈਜ਼ੀਲੀ ਆਪਣੀ ਇੰਟਰੋਡਕਸ਼ਨ 'ਚ ਮੈਂਸ਼ਨ ਕਰ ਸਕਦੇ ਹਾਂ। ਤੇ ਇਟ ਇਜ਼ ਨੈਸੈਸਰੀ ਟੂ ਮੈਂਸ਼ਨ ਇਨ ਦ ਇੰਟਰੋਡਕਸ਼ਨ ਵਟ ਟਾਈਪ ਯੂ ਆਰ ਗੋਇੰਗ ਟੂ ਨੋਟ ਡਾਊਨ। ਤੇਰੀ ਵਰਡ ਲਿਮਿਟ ਕਿੰਨੀ ਹੁੰਦੀ ਆ ਮਿਨੀਮਮ 150 ਮੈਕਸੀਮਮ 180 ਜਿਵੇਂ ਰਾਈਟਿੰਗ ਟਾਸਕ 2 ਦੇ ਵਿੱਚ ਮਿਨੀਮਮ 250 ਐਂਡ ਮੈਕਸੀਮਮ 280। ਫਸਟਲੀ ਆਪਾਂ ਕੀ ਕਰਨਾ ਹੁੰਦਾ ਵਾ ਰਾਈਟਿੰਗ ਟਾਸਕ 1 ਜਾਂ ਟਾਸਕ 2 ਕੋਈ ਵੀ ਉਹਦੀ ਸਟੇਟਮੈਂਟ ਨੂੰ ਅੰਡਰਸਟੈਂਡ ਕਰਨਾ ਹੁੰਦਾ ਵਾ। ਰਾਈਟਿੰਗ ਟਾਸਕ 1 ਕਰ ਰਹੇ ਆਪਾਂ ਹੁਣ ਇਹਦੀ ਸਟੇਟਮੈਂਟ ਜੋ ਵੀ ਦਿੱਤੀ ਆਪਾਂ ਨੂੰ ਫੁੱਲੀ ਅੰਡਰਸਟੈਂਡ ਕਰਨਾ ਕਿ ਆਪਣਾ ਡਾਟਾ ਵਾ ਕਿਹਦੇ ਵਿੱਚ ਦਿੱਤਾ ਵਾ ਈਅਰਸ ਦਿੱਤਾ ਸੌਰੀ ਪਰਸੈਂਟੇਜ ਦਿੱਤਾ ਵਾ ਜਾਂ 1000 ਦਿੱਤਾ ਮਿਲੀਅਨ 'ਚ ਦਿੱਤਾ ਜਾਂ ਬਿਲੀਅਨ 'ਚ ਉਹਦੇ ਅਕੋਰਡਿੰਗ ਆਪਾਂ ਮੈਂਸ਼ਨ ਕਰਨਾ ਹੁੰਦਾ ਵਾ। ਫਸਟਲੀ ਆਪਣੀ ਸਟੇਟਮੈਂਟ ਕੀ ਆ ਦ ਗ੍ਰਾਫ ਬਿਲੋ ਸ਼ੋਜ਼ ਦ ਰੇਟ ਆਫ ਸਮੋਕਿੰਗ ਪਰ 1000 ਪੀਪਲ ਇਨ ਸੋਮਲੈਂਡ from 1960 to 2000 ਮੀਨਸ ਕੀ ਕਹਿੰਦੇ ਆ ਜਿਹੜਾ ਗ੍ਰਾਫ ਆ ਨੀਚੇ ਕੀ ਸ਼ੋ ਕਰਦਾ ਵਾ ਰੇਟ ਆਫ ਸਮੋਕਿੰਗ ਦਾ ਰੇਟ ਨੂੰ ਸ਼ੋ ਕਰਦਾ ਹੁਣ ਇੱਥੇ ਦੇਖੋ ਆਪਾਂ ਨੂੰ ਸਟੇਟਮੈਂਟ 'ਚ ਮੈਂਸ਼ਨ ਨਹੀਂ ਕੀਤਾ ਵੀ ਕਿਹੜੀ ਟਾਈਪ ਆ। ਹੁਣ ਆਪਾਂ ਨੂੰ ਪਤਾ ਕਿ ਇਹ ਲਾਈਨ ਗ੍ਰਾਫ ਆ ਕਿਉਂਕਿ ਲਾਈਨ 'ਚ ਮੈਂਸ਼ਨ ਹੈ ਕੀ ਸ਼ੋ ਕਰਦਾ ਸ਼ੋਜ਼ ਕਿਉਂ ਲਾਇਆ ਕਿਉਂਕਿ ਇਹ ਇੱਕ ਵਾ ਜੇ ਦੋ ਗ੍ਰਾਫ ਹੁੰਦੇ ਇੱਥੇ ਤੇ ਇਹਨਾਂ ਨੇ ਸ਼ੋ ਲਗਾਉਣਾ ਸੀ ਸਿੰਗੂਲਰਲੀ ਐਸ ਲੱਗਦੀ ਆ ਕੀ ਸ਼ੋ ਕਰਦਾ ਰੇਟ ਆਫ ਸਮੋਕਿੰਗ ਦਾ ਰੇਟ ਸ਼ੋ ਕਰਦਾ ਪਰ 1000 ਪੀਪਲ ਮੀਨਸ ਕਿ ਆਪਾਂ ਨੂੰ ਪਤਾ ਲੱਗਾ ਜਿਹੜਾ ਆਪਣਾ ਡਾਟਾ ਵਾ ਉਹ 1000 ਪੀਪਲ ਦੇ ਅਕੋਰਡਿੰਗ ਆ। ਇਨ ਸੋਮਲੈਂਡ ਕੋਈ ਨੇਸ਼ਨ ਆ ਮੰਨ ਲਓ ਉਹਦੇ ਵਿੱਚ ਸ਼ੋ ਕਰਦਾ ਵਾ ਫਰੋਮ 1960 ਤੋਂ ਲੈ ਕੇ 2000 1960 ਤੋਂ 2000 ਕੀ ਆ ਪਾਸਟ ਟਾਈਮ ਆ। ਇਹ ਤੋਂ ਆਪਾਂ ਨੂੰ ਕਲੀਅਰ ਹੋਇਆ ਕਿ ਆਪਾਂ ਵਾਜ਼ ਜਾਂ ਹੈਡ ਬੀਨ ਯੂਜ਼ ਕਰ ਸਕਦੇ ਹਾਂ। ਹੁਣ ਆਪਾਂ ਆਪਣੀ ਇਸ ਗ੍ਰਾਫ ਨੂੰ ਦੇਖਣਾ ਵੀ ਇਹਦੇ ਵਿੱਚ ਕਿਹੜੇ ਈਅਰਸ ਦਿੱਤੇ ਆ ਤੇ ਇੱਥੇ ਕਿਹਦਾ ਰੇਟ ਉਹਨਾਂ ਨੇ ਕਿਹਾ ਸੀ ਨਾ ਵੀ ਰੇਟ ਆਫ ਸਮੋਕਿੰਗ ਸ਼ੋ ਕਰਦਾ ਪਰ ਆਪਾਂ ਨੂੰ ਕਲੀਅਰ ਨਹੀਂ ਕਿਹਦਾ ਰੇਟ ਆਫ ਸਮੋਕਿੰਗ ਸ਼ੋ ਕਰਦਾ ਵਾ ਪਰ 1000 ਪੀਪਲ ਦਾ ਮਤਲਬ ਵੀ 1000 ਪੀਪਲ ਦੇ ਅਕੋਰਡਿੰਗ ਸ਼ੋ ਕਰਦਾ। ਇੱਥੇ ਆਪਾਂ ਨੂੰ ਮੈਂਸ਼ਨ ਕੀਤਾ ਵੀ ਮੈਨ ਤੇ ਵੂਮਨ ਦਾ ਸ਼ੋ ਕਰਦਾ ਵਾ। ਜਦੋਂ ਆਪਾਂ ਨੂੰ ਲਾਈਨ ਗ੍ਰਾਫ ਆਉਂਦਾ ਆਪਾਂ ਕਦੇ ਵੀ ਉਹਦੇ ਵਿੱਚ ਹਾਈਐਸਟ ਜਾਂ ਲੋਐਸਟ ਨਹੀਂ ਮੈਂਸ਼ਨ ਕਰ ਸਕਦੇ ਉਹਦੇ ਵਿੱਚ ਆਪਾਂ ਇਨਕਰੀਜ਼ ਜਾਂ ਡਿਕਰੀਜ਼ ਹੀ ਲਿਖ ਸਕਦੇ ਹਾਂ। ਤੇ ਆਪਣੇ ਈਅਰ ਕੀ ਆ ਪਾਸਟ ਦੇ ਆਪਾਂ ਨੂੰ ਕਲੀਅਰ ਹੋ ਗਿਆ ਕਿ ਆ ਪਾਸਟ ਵਿੱਚ ਆਪਾਂ ਸਾਰਾ ਮੈਂਸ਼ਨ ਕਰਨਾ ਵਾ ਤੇ ਆ ਆਪਣਾ ਡਾਟਾ ਵਾ। ਜਦੋਂ ਆਪਾਂ ਨੂੰ ਕੋਈ ਵੀ ਡਾਟਾ ਕਲੀਅਰ ਨਾ ਹੋਵੇ ਮੰਨ ਲਓ ਤੁਹਾਨੂੰ ਇੱਥੇ ਐਗਜ਼ੈਕਟ ਨਹੀਂ ਪਤਾ 100 ਆ ਤੇ ਤੁਸੀਂ ਉੱਥੇ ਐਡਵਰਬਸ ਯੂਜ਼ ਕਰ ਸਕਦੇ ਆ ਨੀਅਰ ਅਬਾਊਟ ਕਲੋਜ਼ਲੀ ਅਪਰੋਕਸੀਮੇਟਲੀ ਆਲਮੋਸਟ ਇਹ ਸਾਰੀਆਂ ਯੂਜ਼ ਕਰਕੇ ਇਹਦਾ ਮਤਲਬ ਇਹ ਹੁੰਦਾ ਕਿ ਸਾਨੂੰ ਐਗਜ਼ੈਕਟ ਨਹੀਂ ਕਲੀਅਰ ਆ ਬਟ ਲਗਭਗ ਇੰਨਾ। ਫਸਟਲੀ ਆਪਾਂ ਇੰਟਰੋਡਕਸ਼ਨ ਦੇਖਾਂਗੇ ਕਿ ਇੰਟਰੋਡਕਸ਼ਨ ਕੀ ਆ। ਇੰਟਰੋਡਕਸ਼ਨ ਦਾ ਮਤਲਬ ਕੀ ਹੁੰਦਾ ਰੀਫਰੇਜ਼ ਕਰਨਾ ਜੋ ਵੀ ਆਪਣੀ ਸਟੇਟਮੈਂਟ ਆ ਗਿਵਨ ਉਹਨੂੰ ਆਪਾਂ ਰੀਫਰੇਜ਼ ਕਰਨਾ ਆਪਣੀ ਵਰਡਿੰਗ ਦੇ ਵਿੱਚ ਬਟ ਆਪਣਾ ਜਿਹੜਾ ਮੀਨਿੰਗ ਉਹ ਸਿਮਿਲਰ ਰਵੇ। ਤੇ ਆਪਾਂ ਇੰਟਰੋਡਕਸ਼ਨ 'ਚ ਹੀ ਮੈਂਸ਼ਨ ਕਰ ਦੇਣਾ ਕਿ ਜਿਹੜਾ ਡਾਟਾ ਸਾਡਾ ਕਿਹਦੇ ਵਿੱਚ ਆ ਮੀਨਸ ਪਰਸੈਂਟੇਜ 'ਚ ਆ ਜਾਂ 1000 'ਚ ਆ ਜਿਹਦੇ ਵਿੱਚ ਵੀ ਆ। ਤੇ ਮੈਂ ਇੰਟਰੋਡਕਸ਼ਨ ਨੂੰ ਪੈਸਿਵ ਫਾਰਮ 'ਚ ਜਿਹੜਾ ਵਾ ਰੀਫਰੇਜ਼ ਕੀਤਾ ਤੁਸੀਂ ਐਕਟਿਵ ਵੀ ਕਰ ਸਕਦੇ ਆ। ਪੈਸਿਵ ਫਾਰਮ ਦਾ ਬੈਨੀਫਿਟ ਇਹ ਕਿ ਆਪਾਂ ਵੈਰਾਈਟੀ ਆਫ ਸੈਂਟੈਂਸ ਸ਼ੋ ਕਰ ਸਕਦੇ ਆ ਐਗਜ਼ਾਮੀਨਰ ਨੂੰ ਜਿਹਦੇ ਨਾਲ ਆਪਣੇ ਬੈਂਡ ਸਕੋਰ ਇੰਪਰੂਵ ਹੁੰਦੇ ਆ। The information about smokers of both gender is elucidated by rendered line graph in Somland nation। ਆਪਾਂ ਇੱਥੇ ਦੱਸਦਾ ਜਿਹੜੀ ਇਨਫੋਰਮੇਸ਼ਨ ਆ ਇਨਫੋਰਮੇਸ਼ਨ ਕਿਹੜੀ ਮੀਨਸ ਜਿਹੜੀ ਆ ਪਰ ਰੇਟ ਸਮੋਕਰਸ ਦਿੱਤੀ ਵੀ ਆ ਰੇਟ ਆਫ ਸਮੋਕਿੰਗ ਪਰ 1000 ਪੀਪਲ ਦੀ ਆਪਾਂ ਇੱਥੇ ਦੱਸਦਾ ਕਿ ਬੋਥ ਜੈਂਡਰਸ ਦੀ ਇੰਟਰੋ 'ਚ ਮੈਂਸ਼ਨ ਕੀਤਾ ਮੈਨ ਐਂਡ ਵੂਮਨ ਲਿਖਿਆ ਇੱਥੇ ਆਪਾਂ ਲਿਖਤਾ ਬੋਥ ਜੈਂਡਰ ਇਜ਼ elucidated by rendered line graph in Somland nation। ਇਹ ਪੈਸਿਵ ਫਾਰਮ ਹੋ ਗਈ। elucidate ਦਾ ਮਤਲਬ ਹੁੰਦਾ ਸ਼ੋ ਇਹਨੂੰ ਆਪਾਂ ਪੈਸਿਵ ਕੀਤਾ ਇਸ ਲਈ ਆਪਾਂ ਇਹਦੀ ਥਰਡ ਫਾਰਮ ਯੂਜ਼ ਕੀਤੀ ਆ। rendered ਦਾ ਮਤਲਬ ਗਿਵਨ। ਦ ਈਅਰਸ ਨੂੰ ਆਪਾਂ ਸਿੰਪਲੀ ਵੀ ਲਿਖ ਸਕਦੇ ਹਾਂ ਡਿਊਰਿੰਗ 1960 to 2000 ਜਾਂ ਥਰੂ ਆਊਟ ਕੁਛ ਵੀ ਇੱਦਾਂ ਬਟ ਇੱਥੇ ਮੈਂ ਨੈਕਸਟ ਸੈਪਰੇਟ ਲਾਈਨ ਬਣਾ ਕੇ
लिखिया है अपने ईयर्स। द ईयर्स क्यों पाया, क्योंकि 2 ईयर्स इतने मैंशन किए, मीनस प्लूरल फॉर्म। अंडर कंसीडरेशन आर 1960 एंड 2000। ਹੁਣ ਇੱਥੋਂ ਆਪਾਂ ਨੂੰ ਕਲੀਅਰ ਹੋ ਗਿਆ ਵੀ ਜਿਹੜਾ 96 to 2000 ਆ, ਤੇ ਆਪਾਂ ਉੱਥੇ ਡਾਟਾ ਮੈਂਸ਼ਨ ਕਰ, ਡਾਟਾ ਹੈਜ਼ ਬੀਨ ਕੈਲੀਬਰੇਟਡ ਇਨ ਪਰ 1000 ਪੀਪਲ। ਮੀਨਸ ਆਪਾਂ ਇੱਥੇ ਇਹ ਵੀ ਮੈਂਸ਼ਨ ਕਰਤਾ ਕਿ ਜਿਹੜਾ ਆਪਣਾ ਡਾਟਾ ਵਾ ਕਿਹੜੀ ਫਾਰਮ ਦੇ ਵਿੱਚ ਆ, ਪਰ 1000 ਪੀਪਲ ਦੇ ਵਿੱਚ। ਇਹ ਹੋ ਗਈ ਆਪਣੀ ਇੰਟਰੋਡਕਸ਼ਨ। ਇਹ ਇੰਪੋਰਟੈਂਟ ਨਹੀਂਗਾ, ਤੁਸੀਂ ਵੀ ਇਸੇ ਤਰ੍ਹਾਂ ਇੰਟਰੋਡਕਸ਼ਨ ਨੂੰ ਲਿਖੋ ਇਸ ਗ੍ਰਾਫ ਦੀ, ਇਹ ਤੁਹਾਡੇ ਤੇ ਆ। ਤੇ ਮੈਂ ਪੈਸਿਵ ਫਾਰਮਸ ਲਿਖੀ ਜਿਹਦੇ ਨਾਲ ਕਿ ਵੈਰਾਈਟੀ ਆਫ ਸੈਂਟੈਂਸ ਸ਼ੋ ਹੋਣ। ਇਟਸ ਅਪ ਟੂ ਯੂ ਇਫ ਯੂ ਵਾਂਟ ਟੂ ਨੋਟ ਡਾਊਨ ਇਨ ਅ ਪੈਸਿਵ ਫਾਰਮ। ਇਹਦੇ ਵਿੱਚ ਇਹ ਵੀ ਕਲੀਅਰ ਹੋ ਗਿਆ ਕਿ ਆਪਣਾ ਡਾਟਾ ਕਿਹੜੀ ਫਾਰਮ ਦੇ ਵਿੱਚ ਆ। ਹੁਣ ਆਪਾਂ ਓਵਰਵਿਊ ਦੇਖਾਂਗੇ। ਪਾਸਟ ਟਾਈਮ 'ਚ ਓਵਰਵਿਊ ਨਹੀਂ ਲਿਖਦੇ ਸੀ, ਓਵਰਆਲ ਲਿਖਦੇ ਸੀ, ਉਹ ਵੀ 2 BPs ਤੋਂ ਬਾਅਦ। ਓਵਰਵਿਊ ਕਿਉਂ ਲਿਖਦੇ, ਕਿਉਂਕਿ ਜਸਟ ਆਪਾਂ ਇੱਥੇ ਓਵਰਵਿਊ ਹੀ ਦੇਣਾ ਹੁੰਦਾ ਵੀ ਆਪਾਂ ਨੂੰ ਇੱਕ ਜਿਵੇਂ ਆਪਣੇ ਗ੍ਰਾਫ ਨੂੰ ਦੇਖ ਕੇ ਗੋ ਥਰੂ ਕਰਕੇ ਕੀ ਓਵਰਆਲ ਲੱਗਦਾ ਵਾ ਉਹ। ਹੁਣ ਇਹਦੇ 'ਚ ਆਪਾਂ ਨੂੰ ਓਵਰਆਲ ਕੀ ਲੱਗਦਾ ਵਾ ਵੀ ਜਿਹੜੀਆਂ ਵੂਮੈਨ ਆ, ਫਸਟਲੀ ਆਪਾਂ ਨੂੰ ਕਿਵੇਂ ਪਤਾ ਲੱਗੇ ਵੂਮੈਨ ਦਾ ਕਿਹੜਾ ਵਾ ਤੇ ਮੈਨ ਦਾ ਕਿਹੜਾ। ਤੇ ਰਾਊਂਡ ਸ਼ੇਪ ਵਾਲਾ ਵਾ, ਇਹਦਾ ਮਤਲਬ ਜਿਹੜੀ ਰਾਊਂਡ ਸ਼ੇਪ ਵਾਲੀ ਲਾਈਨ ਆ ਇਹ ਮੈਨ ਦੀ ਆ, ਤੇ ਜਿਹੜੀ ਸਕੁਅਰ ਸ਼ੇਪ ਵਾਲੀ ਆ ਇਹ ਵੂਮੈਨ ਦੀ ਆ। ਹੁਣ ਆਪਾਂ ਨੂੰ ਕਲੀਅਰ ਹੋ ਗਿਆ ਕਿ ਆ ਜਿਹੜੀ ਵੂਮੈਨ ਦੀ ਆ ਤੇ ਆ ਵਾਲੀ ਮੈਨ ਦੀ ਆ। ਤੇ ਵੂਮੈਨ ਦੀ ਲਾਈਨ ਆ ਜਿਹੜੀ ਇਹ ਸਟਾਰਟਿੰਗ ਤੇ ਮੀਨਸ ਡਾਊਨ ਸੀਗੀ ਤੇ ਲਾਸਟ ਤੱਕ ਪਹੁੰਚੇ ਕੀ ਹੋ ਗਈ, ਇਹ ਅਪ ਹੋ ਗਈ। ਤੇ ਮੈਨ ਦੀ ਲਾਈਨ ਆ ਜਿਹੜੀ ਸਟਾਰਟਿੰਗ ਤੇ ਅਪ ਸੀ, ਲਾਸਟ ਤੱਕ ਡਾਊਨ ਹੋ ਗਈ। ਹੁਣ ਆਪਾਂ ਇੱਥੇ ਆਪਣਾ ਓਵਰਵਿਊ ਆਪਾਂ ਨੂੰ ਇਹੀ ਲੱਗਿਆ ਕਿ ਜਿਹੜੀ ਵੂਮੈਨ ਵਾਲੀ ਇਨਕਰੀਜ਼ ਹੋਈ ਆ, ਦੂਜੀ ਡਿਕਰੀਜ਼ ਹੋਈ ਆ। ਆਪਾਂ ਇੱਥੇ ਲਿਖਤਾ ਓਵਰਵਿਊ, ਫਿਰ ਆਪਾਂ ਕਨੈਕਟਰ ਯੂਜ਼ ਕੀਤਾ। ਇਟ ਇਜ਼ ਕਲੀਅਰਲੀ ਸੀਨ, ਮੀਨਸ ਕਲੀਅਰਲੀ ਦੇਖਿਆ ਜਾ ਸਕਦਾ ਵਾ। ਵੂਮੈਨ ਨੂੰ ਆਪਾਂ ਲਿਖਤਾ ਤੇ ਫੀਮੇਲਸ ਹੂ ਵਰ ਸਮੋਕਿੰਗ, ਜਿਹੜੀਆਂ ਸਮੋਕਿੰਗ ਕਰਦੀਆਂ ਸੀ। ਪਾਸਟ ਦੀ ਇਸ ਲਈ ਵਰ ਯੂਜ਼ ਕਰਿਆ, ਹੂ ਵਰ ਸਮੋਕਰ ਸੌਰੀ, ਫੋਲੋਡ ਦਾ ਅਪਵਰਡ ਟ੍ਰੈਂਡ। ਮੀਨਸ ਉਹਨਾਂ ਨੇ ਅਪਵਰਡ ਟ੍ਰੈਂਡ ਫੋਲੋ ਕੀਤਾ, ਮੀਨਸ ਉਹ ਨੀਚੇ ਤੋਂ ਉੱਪਰ ਵੱਲ ਨੂੰ ਗਈਆਂ। ਵਾਈਲ males had appeared opposite throughout the provided period। ਮੀਨਸ ਇੱਥੇ ਆਪਾਂ ਓਵਰਵਿਊ ਦੇ ਵਿਊ ਦੇ ਵਿੱਚ ਇੱਕ ਗੱਲ ਤੁਸੀਂ ਹਮੇਸ਼ਾ ਆਪਣੇ ਮਾਈਂਡ 'ਚ ਰੱਖਣੀ ਕਿ ਆਪਾਂ ਕੋਈ ਵੀ ਈਅਰ ਕੋਈ ਡਾਟਾ ਇੱਥੇ ਮੈਂਸ਼ਨ ਨਹੀਂ ਕਰ ਸਕਦੇ। ਇਸ ਲਈ ਆਪਾਂ ਇੱਥੇ ਥਰੂ ਆਊਟ ਦਾ ਪ੍ਰੋਵਾਈਡਡ ਪੀਰੀਅਡ ਲਿਖਿਆ, ਮੀਨਸ ਵੀ ਜਿਹੜਾ ਪੀਰੀਅਡ ਸਾਨੂੰ ਗਿਵਨ ਆ ਉਹਦੇ ਵਿੱਚ ਇੱਦਾਂ ਦਾ ਹੋਇਆ। ਮੀਨਸ ਜਿਹੜੀਆਂ ਫੀਮੇਲ ਆ ਉਹਨਾਂ ਨੇ ਅਪਵਰਡ ਟ੍ਰੈਂਡ ਫੋਲੋ ਕੀਤਾ, ਜਿਹੜੇ ਮੈਨ ਆ ਉਸ ਤੋਂ ਆਪੋਜ਼ਿਟ ਦਾ ਮਤਲਬ ਕੀ ਆ ਕਿ ਉਹ ਜਿਹੜੇ ਸੀਗੇ ਉਹ ਡਾਊਨਵਰਡ ਹੋ ਗਏ। ਤੇ ਤੁਸੀਂ ਹਮੇਸ਼ਾ ਇਹ ਮਾਈਂਡ 'ਚ ਰੱਖਣਾ ਜਿਹੜੀ ਇੰਟਰੋਡਕਸ਼ਨ ਤੇ ਓਵਰਵਿਊ ਦੀ ਲੈਂਥ ਜਿਹੜੀ ਆਲਮੋਸਟ ਸਿਮਿਲਰ ਹੋਣੀ ਚਾਹੀਦੀ। ਆਲਮੋਸਟ ਸਿਮਿਲਰ ਦਾ ਮਤਲਬ ਕੀ ਹੈ, ਥੋੜੀ ਵਰਡਸ ਹੋਣੀ ਚਾਹੀਦੀ, ਇਹ ਨਹੀਂ ਤੁਸੀਂ BP ਬਣਾ ਲਓ। ਹੁਣ ਆਪਾਂ ਇੱਕ ਹੋਰ ਕਨੈਕਟਰ ਯੂਜ਼ ਕੀਤਾ BP1 ਦੇ ਲਈ। ਹੁਣ ਆਪਾਂ BP1 ਦੇ ਵਿੱਚ ਆਪਣਾ ਡਾਟਾ ਜਿਹੜਾ ਵਾ ਮੈਂਸ਼ਨ ਕਰਾਂਗੇ ਜੋ ਵੀ ਆਪਾਂ ਨੂੰ ਇੱਥੇ ਲੱਗ ਰਿਹਾ ਵਾ। ਤੇ BP2 'ਚ ਇਹਦੇ ਵਿੱਚ ਵੀ ਟੋਟਲ 4 ਪੈਰਾਗ੍ਰਾਫਸ ਹੁੰਦੇ ਆ। ਫਸਟ ਆਪਾਂ ਕਨੈਕਟਰ ਯੂਜ਼ ਕੀਤਾ ਆਫਟਰ ਹੈਵਿੰਗ ਅ ਮਾਇਓਪਿਕ ਅਬਜ਼ਰਵੇਸ਼ਨ ਇਟ ਇਜ਼ ਕ੍ਰਿਸਟਲ ਕਲੀਅਰ in 1960 ਮੀਨਸ ਹੁਣ ਆਪਾਂ ਦੇਖਾਂਗੇ 90s ਦਾ ਕਾਊਂਟ ਆਫ ਮੈਨ। ਪਹਿਲਾਂ ਇੱਥੇ ਆਪਾਂ ਮੈਨ ਦਾ ਸਟਾਰਟ ਕਰਤਾ। ਦਾ ਕਾਊਂਟ ਆਫ ਮੈਨ ਦਾ ਮਤਲਬ ਜਿਹੜੀ ਨੰਬਰ ਨੂੰ ਲਿਖ ਸਕਦੇ ਆਪਾਂ, ਕਾਊਂਟ ਆਫ ਮੈਨ ਵਾਜ਼ 600 ਹੂ ਸਮੋਕਡ। ਹੁਣ ਇੱਥੇ ਆਪਾਂ ਲਿਖਤਾ ਵੀ ਜਿਹੜੇ ਕਾਊਂਟ ਸੀ, ਗਿਣਤੀ ਸੀਗੀ ਮੈਨ ਦੀ ਉਹ 600 ਸੀਗੀ ਜਿਨ੍ਹਾਂ ਨੇ ਸਮੋਕ ਕੀਤਾ। ਹੁਣ ਆਪਾਂ ਮੈਨ ਦੇ ਵੱਲ ਦੇਖਦੇ ਵੀ 600 ਹੀ ਸੀ। 90-60 ਆ ਰਿਹਾ, ਮੈਨ ਵਾਲੀ ਲਾਈਨ ਕਿਹੜੀ ਆ, ਅਰਾਊਂਡ ਸ਼ੇਪ ਵਾਲੀ 600 ਆ। ਤੇ ਆਪਾਂ ਐਗਜ਼ੈਕਟ ਵੀ ਲਿਖ ਸਕਦੇ ਹਾਂ ਕਿਉਂਕਿ ਐਗਜ਼ੈਕਟ ਆਪਾਂ ਨੂੰ ਕਲੀਅਰ ਹੋ ਰਿਹਾ ਕਿ ਐਗਜ਼ੈਕਟ 600। ਆਪਾਂ ਇੱਥੇ ਕੀ ਲਿਖਿਆ ਇਨ 1960 ਦ ਕਾਊਂਟ ਆਫ ਮੈਨ। ਕਾਊਂਟ ਆਫ ਮੈਨ ਦਾ ਮਤਲਬ ਜਿਹੜੀ ਨੰਬਰ ਆ ਮੈਨ ਦਾ ਜਿਹੜਾ ਨੇ ਸਮੋਕਿੰਗ ਕੀਤੀ ਆ 96 ਉਹ ਕੀ ਸੀਗੀ 600 ਸੀ। 600 ਸੀ ਇੱਥੇ ਮੈਂਸ਼ਨ ਕਰਤੀ। ਹੁਣ ਆਪਾਂ ਨੈਕਸਟ ਕਨੈਕਟਰ ਯੂਜ਼ ਕੀਤਾ ਹਾਊਐਵਰ ਅ ਡਰਾਸਟਿਕ ਡਿਕਲਾਈਨ ਵਾਜ਼ ਨੋਟਿਸਡ ਫਰੋਮ 1965 to 2000 that accounted for little less than 600 and near about 300 per 1000 people respectively। ਰਿਸਪੈਕਟਿਵਲੀ ਕਿਉਂ ਯੂਜ਼ ਕੀਤਾ, ਜਦੋਂ ਆਪਾਂ ਦੋ ਡਾਟਾ ਮੈਂਸ਼ਨ ਕਰਨੇ ਹੁੰਦੇ ਨਾ, ਜਿੱਥੇ 3 per 1000 ਲਿਖਿਆ ਵਾ ਤੇ ਇੱਥੇ ਆਪਾਂ ਲਿਖਿਆ 6 ਹੈ ਨਾ, ਇਹ ਇੱਕੋ ਲਾਈਨ ਆ ਰਹੀ ਆ, ਇਸੇ ਕਰਕੇ ਆਪਾਂ ਰਿਸਪੈਕਟਿਵਲੀ ਯੂਜ਼ ਕੀਤਾ। ਜਦੋਂ ਆਪਾਂ ਦੋ ਡਾਟਾ ਨੂੰ ਮੈਂਸ਼ਨ ਕਰਨਾ ਹੁੰਦਾ ਇਕੱਠੇ, ਉਹਦੇ ਆਪਾਂ ਰਿਸਪੈਕਟਿਵਲੀ ਜਿਹੜੀ ਐਡਵਰਬ ਯੂਜ਼ ਕਰਕੇ ਸ਼ੋਅ ਕਰ ਸਕਦੇ ਹਾਂ। ਹੁਣ ਆਪਾਂ ਨੂੰ ਕੀ ਕਲੀਅਰ ਹੋਇਆ, ਇੱਥੋਂ ਆਪਾਂ ਦੇਖ ਲਿਆ ਸੀ ਕਿ ਇੱਥੋਂ ਤੱਕ ਆਪਾਂ ਦੇਖਿਆ ਸੀ ਵੀ ਜਿਹੜਾ ਮੈਨ ਦਾ ਡਾਟਾ ਵਾ ਸਮੋਕ ਜਿਨ੍ਹਾਂ ਨੇ ਕੀਤਾ ਵਾ 1960 ਦੇ ਵਿੱਚ ਉਹ 600 ਸੀਗਾ। ਤੁਸੀਂ ਹਮੇਸ਼ਾ ਇਹ ਦੇਖਣਾ, ਇਹ ਨਹੀਂ ਤੁਸੀਂ ਥੋੜਾ ਮੈਂਸ਼ਨ ਕਰੋ ਵੀ ਇੱਦਾਂ 1960 'ਚ ਇੰਨਾ ਸੀ ਫਿਰ ਇਹ ਘੱਟ ਗਿਆ ਫਿਰ ਇੱਥੇ ਆ ਗਿਆ ਫਿਰ ਇਸ ਤਰ੍ਹਾਂ ਤੁਹਾਡੀ ਬਹੁਤ ਜ਼ਿਆਦਾ ਲੈਂਥ ਹੋ ਜਾਣੀ ਆ। ਤੁਸੀਂ ਮੀਨਸ ਆਪਣੀ ਇਹਨੂੰ ਬਰੀਫ 'ਚ ਲਿਖਣਾ। ਬਰੀਫ ਦਾ ਮਤਲਬ ਕਿ ਘੱਟ ਤੋਂ ਘੱਟ ਲਿਮਿਟ 'ਚ ਲਿਖਣਾ ਵਾ ਤਾਂ ਕਿ ਤੁਹਾਡੇ ਵਰਡਸ 180 ਤੱਕ ਹੀ ਹੋਣੀ ਆ, 150
150 ਤੋਂ ਘੱਟ ਨਾ ਹੋਣ, ਮਤਲਬ 80 ਤੋਂ ਜ਼ਿਆਦਾ ਵੀ ਨਾ ਹੋਣ, ਜ਼ਿਆਦਾ ਵੀ ਮੀਨਸ ਉਹ ਹੀ ਨਹੀਂ ਤੁਸੀਂ ਰਾਈਟਿੰਗ ਟਾਸਕ 2 ਹੀ ਬਣਾ ਦਿਓ। ਇਹ 'ਚ ਆਪਾਂ ਵੈਰਾਈਟੀ ਆਫ ਸੈਂਟੈਂਸ ਸ਼ੋ ਕਰਦੇ। ਵੈਰਾਈਟੀ ਆਫ ਸੈਂਟੈਂਸ ਪਹਿਲਾਂ ਆਪਾਂ ਇੱਥੇ ਈਅਰ ਮੈਂਸ਼ਨ ਕਰਨਾ 1960 ਵਿੱਚ ਇਹਨਾਂ ਦੀ ਇੰਨੀ ਕਾਊਂਟਿੰਗ ਸੀਗੀ। ਫਿਰ ਆਪਾਂ ਇੱਥੇ ਹਾਊ ਐਵਰ ਇੱਕ ਹੋਰ ਕਨੈਕਟਰ ਯੂਜ਼ ਕਰਕੇ ਆ ਡਰਾਸਟਿਕ ਡਿਕਲਾਈਨ ਤੋਂ ਲਾਤਾ, ਮੀਨਸ ਆਪਾਂ ਨਿਊ ਲਾਈਨ ਸਟਾਰਟ ਕਰਨ ਤੋਂ ਪਹਿਲਾਂ ਐਡਜੈਕਟਿਵ ਲਗਾਤਾ। ਅ ਡਰਾਸਟਿਕ ਡਿਕਲਾਈਨ ਵਾਸ ਨੋਟਿਸਡ, ਮੀਨਸ ਜਿਹੜਾ ਬਹੁਤ ਜ਼ਿਆਦਾ ਡਿਕਲਾਈਨ ਘਾਟਾ ਵਾ ਉਹ ਨੋਟਿਸ ਕੀਤਾ ਗਿਆ ਵਾ ਫਰੋਮ 1960 to 2000, 1965 to 2000। 1960 ਤੱਕ ਤਾਂ ਆਪਾਂ ਕਰ ਲਿਆ ਸੀ ਮੈਂਸ਼ਨ, ਆਪਾਂ ਸਾਰੇ ਈਅਰ ਦਾ ਇਕੱਠਾ ਹੀ ਲਿਖਤਾ ਵੀ ਜਿਹੜਾ 1965 ਤੋਂ ਲੈ ਕੇ ਜਿਹੜਾ 2000 ਤੱਕ, ਮੀਨਸ ਇੱਥੋਂ ਲੈ ਕੇ 1965 ਤੋਂ ਐਂਡ ਤੱਕ ਕੀ ਆ ਉਹ ਘਟਿਆ ਵਾ। ਦੇਖੋ ਇੱਥੋਂ ਘਟਿਆ ਹੀ ਆ, ਸਾਰਾ ਡਾਊਨ ਜਾ ਰਿਹਾ ਵਾ। ਜੇ ਆਪਾਂ ਇਸ ਤਰ੍ਹਾਂ ਕਰਦੇ ਵੀ ਇੱਥੋਂ ਤੱਕ ਘਟਿਆ ਫਿਰ ਘਟਿਆ, ਮੀਨਸ ਸਾਰਾ ਡਾਊਨ ਹੀ ਜਾ ਰਿਹਾ, ਇਹਦੇ ਨਾਲ ਆਪਣੀ ਵਰਡ ਲਿਮਿਟ ਬਹੁਤ ਜ਼ਿਆਦਾ ਹੋਈ ਨਹੀਂ ਸੀ, ਇਸ ਕਰਕੇ ਆਪਾਂ ਇਹਨੂੰ ਮੀਨਸ ਪੂਰਾ ਲਿਖਤਾ 1965 to 2000 that accounted for। ਇੱਥੇ ਆਪਾਂ ਸਿੰਪਲੀ ਲਿਖਿਆ ਸੀ ਵੀ 600 ਸੀ, that was 600। ਇੱਥੇ ਆਪਾਂ ਲਿਖਤਾ that accounted for little less than। little less than ਦਾ ਮਤਲਬ ਵੀ 600 ਤੋਂ ਥੋੜਾ ਜਿਹਾ ਘੱਟ ਸੀਗਾ। ਹੁਣ ਦੇਖੋ 65 ਦੇ ਵਿੱਚ ਥੋੜਾ ਜਿਹਾ ਘੱਟ ਹੈ ਨਾ, ਆਪਾਂ 65 ਤੋਂ ਸ਼ੁਰੂ ਕੀਤਾ ਸੀ ਨਾ, 65 ਦੇ ਥੋੜਾ ਜਿਹਾ ਡਾਊਨ ਆ 600 ਤੋਂ ਆਪਾਂ ਇੱਥੇ ਲਿਖਤਾ ਵੀ little less than 600। ਐਂਡ 2000 ਦੇ ਵਿੱਚ ਕਿੰਨਾ ਆ ਗਿਆ, ਆਲਮੋਸਟ 300 ਜਾਂ 350 ਵੀ ਲਿਖ ਸਕਦੇ। ਮੀਨਸ ਜਦੋਂ ਆਪਾਂ ਆਲਮੋਸਟ ਜਾਂ ਨੀਅਰ ਅਬਾਊਟ ਲਾ ਦਈਏ ਉਹ ਤੋਂ ਕਲੀਅਰ ਹੋ ਜਾਂਦਾ ਕਿ ਆਪਾਂ ਵੀ ਕਲੀਅਰ ਨਹੀਂ ਗਏ, ਲਗਭਗ ਇੰਨਾ ਵਾ। 350 ਵੀ ਕਹਿ ਸਕਦੇ ਹਾਂ, 300 ਵੀ। ਇੱਥੇ ਆਪਾਂ ਇਕੱਠਾ ਮੈਂਸ਼ਨ ਕੀਤਾ ਸੀ, ਆਪਾਂ ਰਿਸਪੈਕਟਿਵਲੀ ਯੂਜ਼ ਕਰਤਾ, ਆਪਾਂ ਨੀਅਰ ਅਬਾਊਟ ਇਸੇ ਲਈ ਲਗਾਇਆ ਇਹਦੇ ਅੱਗੇ 3 per 1000 ਪੀਪਲ ਰਿਸਪੈਕਟਿਵਲੀ। ਹੁਣ ਆਪਣੀ ਮੈਨ ਵਾਲੀ ਲਾਈਨ ਕੰਪਲੀਟ ਹੋ ਗਈ, ਹੁਣ ਆਪਾਂ ਵੂਮੈਨ ਵੱਲ ਮੂਵ ਕਰਾਂ। ਜੇ ਆਪਾਂ ਇਹਨੂੰ ਹੀ ਕਰਦੇ ਜ਼ਿਆਦਾ, ਮੀਨਸ ਇਹ BP1 ਜਿਹੜਾ ਵਾ ਬਹੁਤ ਲੈਂਥੀ ਹੋ ਜਾਣੀ ਸੀ, ਇਸ ਲਈ ਆਪਾਂ ਇਹਨੂੰ ਬਰੀਫ 'ਚ ਦਿੱਤਾ ਤੇ ਸਾਰੀ ਆਪਾਂ ਜਿਹੜਾ ਇੰਟਰੋਡਕਸ਼ਨ ਸਾਰਾ ਆਪਣਾ ਡਾਟਾ ਵੀ ਮੈਂਸ਼ਨ ਕਰਤਾ। ਹੁਣ ਨੈਕਸਟ ਆਪਾਂ BP2 ਵੱਲ ਮੂਵ ਕਰਨ ਲੱਗੇ, ਇੱਕ ਹੋਰ ਕਨੈਕਟਰ ਯੂਜ਼ ਕਰਨਾ, ਮੂਵਿੰਗ ਟੂਵਰਡਸ ਅ ਫਰਦਰ ਡਿਸਕ੍ਰਿਪਸ਼ਨ। ਮੂਵਿੰਗ ਟੂਵਰਡਸ ਅ ਫਰਦਰ ਡਿਸਕ੍ਰਿਪਸ਼ਨ, ਜੇ ਤੁਹਾਨੂੰ ਤੁਹਾਡੀ ਲੈਂਥ ਜ਼ਿਆਦਾ ਹੈ ਤੁਸੀਂ ਸਿੰਪਲੀ ਲਿਖ ਸਕਦੇ ਹੋ ਮੂਵਿੰਗ ਅਹੈਡ। ਇਨ ਕੇਸ ਆਫ ਵੂਮੈਨ ਆਪਾਂ ਲਿਖਤਾ, ਇੱਥੇ ਆਪਾਂ ਹਮੇਸ਼ਾ ਇਹ ਦੇਖਣਾ, ਇਹ ਨਹੀਂ ਆਪਾਂ ਸਿਮਿਲਰ ਲਾਈਨ ਯੂਜ਼ ਕਰਨੀ ਆ ਵੀ ਇਟ ਇਨਕਰੀਜ਼ ਦੈਨ ਡਿਕਰੀਜ਼ਡ, ਠੀਕ ਹੈ। ਇਹਦੇ ਨਾਲ ਕੋਈ ਬੈਂਡ ਸਕੋਰ ਨਹੀਂ ਆਉਂਦਾ ਕਿ ਆਪਾਂ ਵੈਰਾਈਟੀ ਆਫ ਸੈਂਟੈਂਸ ਸ਼ੋ ਕਰਨੇ ਆ। ਪਹਿਲਾਂ ਆਪਾਂ ਕੀ ਸ਼ੋ ਕੀਤਾ ਸੀ, ਉੱਥੇ ਆਪਾਂ ਈਅਰ ਮੈਂਸ਼ਨ ਅੱਗੇ ਕਰਤਾ, ਦੈਨ ਆਪਾਂ ਲਿਖਤਾ ਸੀ ਅ ਡਰਾਸਟਿਕ ਚੇਂਜ। ਹੁਣ ਆਪਾਂ ਇੱਥੇ ਕੀ ਲਿਖਿਆ, ਇਨ ਕੇਸ ਆਫ ਵੂਮੈਨ smoking in case of women smokers the number of them ਦਾ ਮਤਲਬ women had been recorded exactly 100 in 1960। ਹੁਣ ਆਪਾਂ ਈਅਰ ਲਾਸਟ ਤੇ ਮੈਂਸ਼ਨ ਕਰਤਾ, ਇੱਥੇ ਆਪਾਂ ਸਟਾਰਟਿੰਗ ਤੇ ਕਿਹਾ ਇਨ ਕੇਸ ਆਫ ਵੂਮਨ ਦੇ ਕੇਸ ਦੇ ਵਿੱਚ ਜਿਹੜੇ ਸਮੋਕਰ ਸੀਗੇ ਉਹਨਾਂ ਦਾ ਜਿਹੜਾ ਨੰਬਰ ਆ ਉਹ ਕਿੰਨਾ ਮੈਂਸ਼ਨ ਕੀਤਾ, ਹੈਡ ਬੀਨ ਵੀ ਯੂਜ਼ ਕਰਕੇ, ਕਿਉਂਕਿ ਪਾਸਟਲੀ ਯੂਜ਼ ਕਰਦੇ ਆਪਾਂ, ਰਿਕਾਰਡ ਕੀਤਾ ਗਿਆ, ਕਿੰਨਾ ਰਿਕਾਰਡ ਕੀਤਾ ਗਿਆ ਐਗਜ਼ੈਕਟਲੀ ਦਾ ਮਤਲਬ ਆਪਾਂ ਨੂੰ ਪੱਕਾ ਪਤਾ ਵੀ ਐਗਜ਼ੈਕਟ ਇੰਨਾ ਸੀਗਾ 100 in 1960। ਹੁਣ ਆਪਾਂ ਆਪਣੇ ਗ੍ਰਾਫ 'ਚ ਦੇਖਦੇ ਵੀ ਇਹੀ ਆ ਵੂਮਨ ਵਾਲੀ ਲਾਈਨ ਆਫ ਜਿਹੜੀ ਬਾਕਸਿਸ ਵਾਲੀ ਆ ਇਹ ਕਿੰਨਾ ਐਗਜ਼ੈਕਟ 100 ਆ 1960 ਦੇ ਵਿੱਚ। ਆਪਾਂ ਇੱਥੇ ਮੈਂਸ਼ਨ ਕਰਦਾ ਵੀ ਜਿਹੜੀ ਇਨ ਕੇਸ ਆਫ ਵੂਮਨ ਦੇ ਵਿੱਚ ਜਿਨ੍ਹਾਂ ਨੇ ਸਮੋਕ ਕੀਤਾ ਵਾ 1960 ਵਿੱਚ ਉਹ ਕਿੰਨਾ ਸੀਗਾ, 100 ਸੀਗਾ। ਇੰਟਰਸਟਿੰਗਲੀ ਇਹ ਆਪਾਂ ਹੋਰ ਕਨੈਕਟਰ ਇਸ ਤਰ੍ਹਾਂ ਯੂਜ਼ ਕਰ ਸਕਦੇ, ਜਿਹੜੀ ਚੀਜ਼ ਆਪਾਂ ਨੂੰ ਇੰਟਰਸਟਿੰਗਲੀ ਲੱਗੇ ਜਾਂ ਸਰਪ੍ਰਾਈਜ਼ਿੰਗਲੀ ਵੀ ਆਪਾਂ ਯੂਜ਼ ਕਰ ਸਕਦੇ। ਇੱਥੇ ਇਟ ਫਲਕਚੁਏਟਡ ਟਿਲ ਦਾ ਨੈਕਸਟ 15 years। ਹੁਣ ਆਪਾਂ ਇੱਥੇ ਈਅਰ ਨਹੀਂ ਮੈਂਸ਼ਨ ਕੀਤਾ, ਸਿੱਧਾ ਪਤਾ ਕਿ ਅਗਲੇ ਜਿਹੜੇ 15 ਸਾਲ ਤੱਕ ਇਹ ਫਲਕਚੁਏਟਡ ਦਾ ਮਤਲਬ ਹੁੰਦਾ ਇਹ ਅਪਸ ਐਂਡ ਡਾਊਨਸ ਹੋਇਆ, ਉੱਪਰ ਨੀਚੇ ਹੋਇਆ। ਹੁਣ ਆਪਾਂ ਦੇਖਦੇ ਹਾਂ ਕਿੱਥੇ ਫਲਕਚੁਏਟਡ ਹੋਇਆ ਤੇ ਉਹਦੀ ਐਂਡ ਤੇ ਕਿੰਨੀ ਉਹਦੀ ਮੀਨਸ ਪਰ 1000 ਕਿੰਨਾ ਰਹਿ ਗਿਆ, ਦੈਟ ਵਾਜ਼ 3-fold ਵੇਅਰ ਐਜ਼ ਦੇ ਰਿਮੇਨਡ constant during the 1980 to 1990। ਇੱਥੇ ਤੱਕ ਪਹਿਲਾਂ ਆਪਾਂ ਦੇਖਦੇ ਹਾਂ, ਫਿਰ ਮੈਂ ਤੁਹਾਨੂੰ ਕਲੀਅਰ ਕਰਦੀ ਹਾਂ। ਆਪਾਂ ਇੱਥੇ ਤੱਕ ਲਿਖਿਆ ਸੀਗਾ 100 ਤੱਕ, ਫਿਰ ਆਪਾਂ ਗਏ ਫਲਕਚੁਏਟਰ ਇੱਥੇ ਉੱਪਰ ਗਿਆ, ਫਿਰ ਡਾਊਨ ਆ ਗਿਆ, ਫਿਰ ਉੱਪਰ ਗਿਆ, ਫਿਰ ਜਾ ਰਿਹਾ ਇੱਥੇ ਤੱਕ ਡਾਊਨ। ਆਪਾਂ ਇੱਥੇ ਲਿਖਿਆ ਸੀਗਾ 15 years। 15 years ਇੱਥੇ ਕੀ ਹੈ 1960, ਫਿਰ 1965, ਇੱਥੇ 1970 ਆ 1975। ਇਹ ਕਿੰਨੀ ਈਅਰ ਬਣ ਗਏ, ਕਿੰਨੇ ਈਅਰਸ ਬਣ ਗਏ 65 ਤੇ 1960 ਲੈ ਕੇ 5 ਤੱਕ 5 ਈਅਰ, ਫਿਰ 5 ਪਲੱਸ ਕਿਤੇ 10 75 ਤੱਕ 15 ਈਅਰਸ ਹੋ ਗਏ। ਆਪਾਂ ਇੱਥੇ 1975 ਨਹੀਂ ਪਾਇਆ, ਆਪਾਂ ਸਿੱਧਾ ਲਿਖਤਾ ਵੀ ਜਿਹੜੇ 15 ਸਾਲ ਤੱਕ ਇਹ ਫਲਕਚੁਏਟਡ ਹੋਇਆ ਸੀਗਾ। ਫਿਰ ਆਪਾਂ ਲਿਖਿਆ ਕਿੰਨਾ ਫਲਕਚੁਏਟਡ ਹੋਇਆ
दैट वाज थ्री फोल्ड लिखता ਆਪਾਂ ਵਿਦ 3 ਗੁਣਾ 3 फोल्ड ਦਾ ਮਤਲਬ ਸਟਾਰਟਿੰਗ ਤੇ ਕਿੰਨਾ ਸੀਗਾ 100 ਹੁਣ ਇੱਥੇ ਨੀਅਰ ਅਬਾਊਟ 400 ਦੇ ਪਹੁੰਚ ਗਿਆ ਇਹ ਇਹਦਾ ਮਤਲਬ ਕੀ ਹੋ ਗਿਆ 3 ਗੁਣਾ ਜ਼ਿਆਦਾ ਹੋ ਗਿਆ ਇਸ ਲਈ ਆਪਾਂ ਇੱਥੇ ਆਪਾਂ ਐਗਜ਼ੈਕਟ ਨੰਬਰਿੰਗ ਨਹੀਂ ਪਾਈ ਆਪਾਂ ਆਪਦੀ ਵੈਰਾਈਟੀ ਆਫ ਸੈਂਟੈਂਸ ਸ਼ੋ ਕਰਨ ਲਿਖਤਾ 3 फोल्ड ਮੀਨਸ 3 ਗੁਣਾ ਜਿਹੜਾ ਜ਼ਿਆਦਾ ਸੀਗਾ ਫਿਰ ਆਪਾਂ ਇੱਥੇ ਇਹ ਵੀ ਲਿਖਿਆ ਵੀ ਦੈਟ ਵਾਜ਼ 3 फोल्ड है ना लिखिया फिर आप एक होर कनैक्टर यूज किया वेयर एज दे रिमेन्ड कॉन्स्टेंट ड्यूरिंग द 1960 टू 990 फिर आप लिखा भी कॉन्स्टेंट ही रहा 1980 तो लैके 1990 तक मतलब इतने देखो सिमिलर रहा इतने कोई बहुत ज़्यादा का डिफरेंस इन्हें आप छोटे छोटे बिल्कुल डिफरेंस नहीं मैंशन कर सकते इतने आप लिखता भी है जोड़ा वा रिमेन कॉन्स्टेंट का मतलब है भी इस ईयर तो 15 साल तक ये फ्लक्चुएटेड होया फिर की 1990 तक ये सिमिलर रहा सिमिलर आप लिखता थे रिमेन कॉन्स्टेंट फिर अगे की इन्हें किया वा आप देख लिया अगे किया ने दैन फीमेल स्मोकर फॉलोड डिसेंडिंग ऑर्डर अंटिल लास्ट ईयर विच हैड बीन परसाइसली 200 फिर आप क्या जो फीमेल फीमेल मतलब लेडीज सीगियां ਸਮੋਕਰ ਸੀ ਉਹਨਾਂ ਨੇ ਫੋਲੋ ਕੀਤਾ ਡਿਸੈਂਡਿੰਗ ਆਰਡਰ ਦਾ ਮਤਲਬ ਹੁੰਦਾ ਵੀ ਉਹ ਘੱਟ ਦੇ ਕ੍ਰਮ ਵੱਲ ਹੀ ਗਈਆਂ ਮੀਨਸ ਡਾਊਨ ਨਹੀਂ ਗਈਆਂ ਉਹ ਅੰਟਿਲ ਲਾਸਟ ਈਅਰ ਮੀਨਸ ਅੰਤ ਵਾਲੇ ਸਾਲ ਤੱਕ ਮੀਨਸ 2000 ਤੱਕ ਵਿਚ ਹੈਡ ਬੀਨ ਫਿਰ ਆਪਾਂ ਡਾਟਾ ਵੀ ਮੈਂਸ਼ਨ ਕਰਨਾ ਤੁਸੀਂ ਇਹ ਹਮੇਸ਼ਾ ਆਪਣੇ ਮਾਈਂਡ 'ਚ ਰੱਖਣਾ ਜਿਹੜੇ ਆਪਾਂ ਬੀਪੀਜ਼ ਲਿਖਣੇ ਆ ਜੋ ਵੀ ਆਪਾਂ ਲਾਈਨ ਲਿਖ ਰਹੇ ਆ ਉਹਦੇ ਵਿੱਚ ਡਾਟਾ ਮੈਂਸ਼ਨ ਕਰਨਾ ਬਹੁਤ ਹੀ ਇਸੈਂਸ਼ੀਅਲ ਆ ਅਦਰਵਾਈਜ਼ ਤੁਹਾਡੇ 5.5 ਵੀ ਰਹੇ ਨੇ ਭਾਵੇਂ ਤੁਸੀਂ ਜਿੰਨਾ ਮਰਜ਼ੀ ਕਲੀਅਰ ਲਿਖਿਆ ਹੋ ਬਟ ਓਵਰਵਿਊ ਦੇ ਵਿੱਚ ਕਦੇ ਨਾ ਕੋਈ ਡਾਟਾ ਮੈਂਸ਼ਨ ਕਰਨਾ ਤੇ ਨਾ ਹੀ ਕੋਈ ईयर मैंशन करना डिसेंडिंग ऑर्डर ने किवें फॉलो किया 1990 तक आप लिखता सी भी कॉन्स्टेंट रहा इतने देखो ये नीचे गया चला मीनस ये तो ऊपर नहीं ना गया इतने डाउन ही गया है इतने इस करके आप लिखता भी जिन्हें डिसेंडिंग ऑर्डर फॉलो किया लास्ट ईयर कि 2000 तो यदा जोड़ा एग्जैक्ट पहला एग्जैक्टली यूज़ किया उनकी जगह आप परसाइसली भी यूज़ करते जो आप इतने लास्ट से मैंशन किया परसाइसली ਜਿਹੜਾ ਕਿ ਪ੍ਰਸਾਈਸਲੀ ਕਿੰਨਾ ਸੀਗਾ 200 ਠੀਕ ਹੈ ਇਹ ਸੀ ਆਪਣਾ ਲਾਈਨ ਗ੍ਰਾਫ task 1 hope so you must have understood if you have any kind of problem you can ask me through comments thanks for watching my video thanks